परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਅੱਜ ਆਪਾਂ ਪਰਮੇਸ਼ਰ ਦੀ ਮਹਿਮਾ ਦੇ ਲਈ ਪ੍ਰਭੂ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ। ਪਹਿਲੀ ਗਵਾਹੀ ਸਿਸਟਰ ਬਲਜੀਤ ਕੌਰ ਦੀ ਆ, ਜਿਨ੍ਹਾਂ ਦੇ ਪੈਸੇ ਕਾਫੀ ਲੰਬੇ ਸਮੇਂ ਤੋਂ ਫਸੇ ਹੋਏ ਸਨ। ਸਿਸਟਰ ਦੱਸਦੇ ਨੇ ਕਿ ਜਿਨ੍ਹਾਂ ਤੋਂ ਉਹਨਾਂ ਨੇ ਪੈਸੇ ਲੈਣੇ ਸਨ ਉਹਨਾਂ ਨੂੰ ਪੈਸੇ ਦਿੰਦੇ ਨਹੀਂ ਸਨ, ਪਰ ਲਾਰੇ ਲਾਉਂਦੇ ਰਹਿੰਦੇ ਸਨ। ਸਿਸਟਰ ਨੇ ਵਿਸ਼ਵਾਸ ਦੇ ਨਾਲ ਪ੍ਰੇਅਰ ਲਾਈਨ ਨੰਬਰ 'ਤੇ ਕਾਲ ਕਰਕੇ ਪ੍ਰੇਅਰ ਕਰਵਾਈ। ਪਰਮੇਸ਼ਰ ਨੇ ਉਹਨਾਂ ਦੇ ਵਿਸ਼ਵਾਸ ਦੇ ਦੌਰਾਨ ਉਹਨਾਂ ਦੀ ਮਦਦ ਕੀਤੀ ਅਤੇ ਉਹਨਾਂ ਦੇ ਪੈਸੇ ਉਹਨਾਂ ਨੂੰ ਵਾਪਸ ਮਿਲ ਗਏ ਹਨ। ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਦੂਸਰੀ ਗਵਾਹੀ ਸਿਸਟਰ ਦਲਜੀਤ ਕੌਰ ਦੀ ਹੈ, ਜੋ ਕਿ 48 ਸਾਲ ਦੇ ਨੇ। ਸਿਸਟਰ ਨੇ ਵਰਤ ਰੱਖੇ ਸਨ ਔਰ ਸਿਸਟਰ ਦੱਸਦੇ ਨੇ ਕਿ ਪਹਿਲੇ ਹੀ ਫਾਸਟ ਵਾਲੇ ਦਿਨ ਜਦੋਂ ਉਹ ਬਾਹਰ ਨਿਕਲੇ ਤਾਂ ਉਹਨਾਂ ਦੇ ਘਰੇ ਜੋ ਪਾਣੀ ਵਾਲੀ ਮੋਟਰ ਲੱਗੀ ਹੋਈ ਸੀ ਉਹਦੇ ਵਿੱਚੋਂ ਬਹੁਤ ਜ਼ਿਆਦਾ ਧੂੰਆਂ ਨਿਕਲ ਰਿਹਾ ਸੀ। ਸਿਸਟਰ ਉੱਥੇ ਖੜੇ ਸੋਚ ਰਹੇ ਸਨ ਕਿ ਬਹੁਤ ਵੱਡਾ ਨੁਕਸਾਨ ਹੋਵੇਗਾ ਸਾਡਾ, ਪਰ ਉਹਨਾਂ ਨੇ ਮਨ ਦੇ ਵਿੱਚ ਪਰਮੇਸ਼ਰ ਨੂੰ ਯਾਦ ਕੀਤਾ ਅਤੇ ਸਿਸਟਰ ਦੱਸਦੇ ਨੇ ਕਿ ਉਹਨਾਂ ਦੀ ਮੋਟਰ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਈ। ਔਰ ਸਿਸਟਰ ਇਸ ਗਵਾਹੀ ਲਈ ਪ੍ਰਭੂ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਸਿਸਟਰ ਦੱਸਦੇ ਹਨ ਕਿ ਉਹ ਸਕੂਲ ਦੇ ਵਿੱਚ ਕੰਮ ਕਰਦੇ ਸਨ। ਉਹਨਾਂ ਦਾ ਕੰਮ ਬੱਚਿਆਂ ਦੀ ਕੇਅਰ ਕਰਨ ਦਾ ਸੀ। ਜੋ ਛੋਟੇ ਬੱਚੇ ਹੁੰਦੇ ਸਨ ਸਿਸਟਰ ਉਹਨਾਂ ਦੀ ਕੇਅਰ ਕਰਦੇ ਸਨ ਅਤੇ ਉਹਨਾਂ ਨੂੰ ਧਿਆਨ ਦੇ ਨਾਲ ਬਿਠਾਉਣਾ, ਵੈਨ ਦੇ ਵਿੱਚ ਬਿਠਾਉਣਾ ਜਾਂ ਫਿਰ ਵੈਨ ਦੇ ਵਿੱਚ ਉੱਠਣ ਬੈਠਣ ਤੋਂ ਮਨਾ ਕਰਨਾ ਸੀ। ਸਿਸਟਰ ਦੱਸਦੇ ਨੇ ਕਿ ਜਦੋਂ ਉਹ ਸਕੂਲ ਦੀ ਵੈਨ ਦੇ ਵਿੱਚ ਜਾ ਰਹੇ ਸਨ ਤਾਂ ਸਕੂਲ ਦੀ ਵੈਨ ਦੇ ਅਚਾਨਕ ਸਾਹਮਣੇ ਇੱਕ ਬੱਚਾ ਆ ਗਿਆ ਔਰ ਸਿਸਟਰ ਬਹੁਤ ਜ਼ਿਆਦਾ ਘਬਰਾ ਗਏ, ਪਰ ਪਰਮੇਸ਼ਰ ਨੇ ਉਹਨਾਂ ਦੀ ਆਵਾਜ਼ ਸੁਣੀ ਅਤੇ ਉਸ ਬੱਚੇ ਦਾ ਕੋਈ ਨੁਕਸਾਨ ਨਹੀਂ ਹੋਇਆ। ਨੈਕਸਟ ਗਵਾਹੀ ਹੈ, ਸਿਸਟਰ ਦੱਸਦੇ ਨੇ ਕਿ ਉਹਨਾਂ ਨੂੰ 18 ਸਾਲ ਤੋਂ ਬਵਾਸੀਰ ਸੀ, ਜਿਹਦੇ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਅਤੇ ਦਰਦ ਹੁੰਦਾ ਰਹਿੰਦਾ ਸੀ ਔਰ ਇਹਦੇ ਨਾਲ ਨਾਲ ਉਹਨਾਂ ਦੀ ਕਮਰ ਦੇ ਵਿੱਚ ਵੀ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ। ਸਿਸਟਰ ਨੇ ਵਰਤ ਦੇ ਸਮੇਂ ਦੇ ਵਿੱਚ ਖਾਸ ਤੌਰ 'ਤੇ ਬਵਾਸੀਰ ਦੇ ਰੋਗ ਤੋਂ ਆਜ਼ਾਦੀ ਦੇ ਲਈ ਦੁਆ ਨੂੰ ਕੀਤਾ ਅਤੇ ਪਰਮੇਸ਼ਰ ਨੇ ਉਹਨਾਂ ਦੀ ਆਵਾਜ਼ ਨੂੰ ਸੁਣਿਆ ਅਤੇ ਸਿਸਟਰ ਦੱਸਦੇ ਨੇ ਕਿ ਉਹਨਾਂ ਨੇ ਬਿਲਕੁਲ ਆਜ਼ਾਦੀ ਪਾਈ ਆ ਔਰ ਹੁਣ ਉਹਨਾਂ ਦੇ ਸਰੀਰ ਦੇ ਵਿੱਚ ਕੋਈ ਬਵਾਸੀਰ ਦਾ ਰੋਗ ਜਾਂ ਦਰਦਾਂ ਪੀੜਾ ਨਹੀਂ ਹਨ। ਔਰ ਇਹਨਾਂ ਸਾਰੀਆਂ ਗਵਾਹੀਆਂ ਦੇ ਲਈ ਅਸੀਂ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ। ਅੱਜ ਆਪਾਂ ਪਰਮੇਸ਼ਰ ਦੇ ਵਚਨ 'ਚੋਂ ਜਾਣਾਂਗੇ ਯਾਕੂਬ 4 ਦੀ 13 ਔਰ 14 ਨੰਬਰ ਆਇਤ ਨੂੰ। ਤੁਸੀਂ ਜੋ ਇਹ ਕਹਿੰਦੇ ਹੋ ਅਸੀਂ ਅੱਜ ਜਾਂ ਕੱਲ੍ਹ ਅਸੀਂ ਕਿਸੇ ਹੋਰ ਨਗਰ ਨੂੰ ਜਾਵਾਂਗੇ ਅਤੇ ਉੱਥੇ 1 ਸਾਲ ਬਿਤਾਵਾਂਗੇ ਅਤੇ ਵਪਾਰ ਕਰਕੇ ਕੁਝ ਲਾਭ ਕਮਾਵਾਂਗੇ, ਭਾਵੇਂ ਤੁਸੀਂ ਜਾਣਦੇ ਹੀ ਨਹੀਂ ਜੋ ਕੱਲ੍ਹ ਕੀ ਹੋਵੇਗਾ। ਤੁਹਾਡਾ ਜੀਵਨ ਹੈ ਹੀ ਕੀ, ਕਿਉਂ ਜੋ ਤੁਸੀਂ ਤਾਂ ਭਾਫ ਹੀ ਹੋ, ਜਿਹੜੀ ਥੋੜ੍ਹਾ ਜਿਹਾ ਚਿਰ ਦਿਸਦੀ ਹੈ ਅਤੇ ਫਿਰ ਅਲੋਪ ਹੋ ਜਾਂਦੀ ਹੈ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸ ਰਿਹਾ ਕਿ ਇਹਦੇ ਵਿੱਚ ਸਾਡੀ ਸੋਚ ਨੂੰ ਐਕਸਪਲੇਨ ਕੀਤਾ ਗਿਆ, ਜੋ ਐਕਚੁਅਲ ਦੇ ਵਿੱਚ ਸੱਚਮੁੱਚ ਸਾਡੀ ਇਹੀ ਸੋਚ ਆ, ਜਿਹਨੂੰ ਅਸੀਂ ਅਗਰ ਅੱਜ ਐਕਸਪਲੇਨ ਕਰਾਂਗੇ ਤਾਂ ਬਹੁਤ ਸਾਰੇ ਭੈਣ ਭਾਈ ਸੋਚਣਗੇ ਕਿ ਹਾਂ ਬਿਲਕੁਲ ਮੇਰੀ ਲਾਈਫ ਇੱਦਾਂ ਦੀ ਆ। ਪਰ ਇੱਕ ਦੀ ਨਹੀਂ, 2 ਦੀ ਨਹੀਂ, ਹਰ ਇੱਕ ਦੀ ਇਹੀ ਸੋਚ ਆ ਕਿ ਅਸੀਂ ਕੀ ਸੋਚਦੇ ਹਾਂ ਕਿ ਅਸੀਂ ਕੱਲ੍ਹ ਨੂੰ ਜਾਂ ਅੱਜ ਅਸੀਂ ਕਿਸੇ ਨਗਰ 'ਚ ਜਾਈਏ, ਉੱਥੇ ਧਨ ਕਮਾਈਏ, ਉੱਥੇ ਸਾਲ ਰਵਾਂਗੇ, ਉੱਥੇ ਅਸੀਂ ਵਪਾਰ ਕਰਾਂਗੇ, ਉੱਥੇ ਜਾ ਕੇ ਅਸੀਂ ਲਾਭ ਕਮਾਵਾਂਗੇ। ਕਹਿੰਦਾ ਪਰ ਤੁਹਾਨੂੰ ਪਤਾ ਵੀ ਕੀ ਤੁਸੀਂ ਕੱਲ੍ਹ ਤੱਕ ਜ਼ਿੰਦਾ ਰਹੋਗੇ? ਕੀ ਤੁਹਾਨੂੰ ਪਤਾ ਤੁਸੀਂ ਸਾਲ ਦੀ ਪਲੈਨਿੰਗ ਲਾਈ ਬੈਠੇ ਹੋ ਕਿ ਮੈਂ ਸਾਲ ਉੱਥੇ ਜਾਵਾਂਗਾ ਅਤੇ ਮੈਂ ਸਾਲ 'ਚ ਸੈੱਟ ਹੋ ਜਾਵਾਂਗਾ? ਕੀ ਤੁਹਾਨੂੰ 100% ਯਕੀਨ ਆ ਵੀ ਤੁਸੀਂ ਸਾਲ ਤੱਕ ਜਿਉਂਦੇ ਰਹੋਗੇ? ਤੁਹਾਨੂੰ ਪਤਾ ਕਿ ਤੁਹਾਡੀ ਮੌਤ ਕਦੋਂ ਆਏਗੀ? ਜਾਂ ਫਿਰ ਤੁਹਾਨੂੰ ਇਸ ਗੱਲ ਦਾ ਕੋਈ ਸੰਦੇਸ਼ ਜਾਂ ਕਿਸੇ ਤਰ੍ਹਾਂ ਦਾ ਕੋਈ ਮੈਸੇਜ ਮਿਲਿਆ ਜੋ ਤੁਹਾਨੂੰ ਦੱਸਿਆ ਗਿਆ ਹੋਵੇ ਕਿ ਸਾਲ ਤੇਰੇ ਕੋਲੇ ਹੈਗਾ ਅਤੇ ਸਾਲ ਦੇ ਵਿੱਚ ਕਰ ਲਾ ਜੋ ਕਰਨਾ? ਸਾਨੂੰ ਕੁਛ ਨਹੀਂ ਪਤਾ ਨਾ ਕਿ ਅਸੀਂ ਕਿੱਦੇ ਮਰ ਜਾਣਾ, ਕਿਸ ਦਿਨ
ਈਵਨ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਇਨਸਾਨ ਇਸ ਚੀਜ਼ ਦਾ ਗੈਸ ਵੀ ਨਹੀਂ ਲਗਾ ਸਕਦਾ ਕਿ ਹਾਂ ਮੈਨੂੰ ਇੰਨਾ ਸਮਾਂ ਤਾਂ ਮਿਲਿਆ ਹੀ ਆ, ਇੰਨੀ ਤਰੀਕ ਤੱਕ ਤਾਂ ਮੈਂ ਜਿਉਂਦਾ ਰਵਾਂਗਾ, ਕਿਉਂਕਿ ਨਾ ਮਰਨ ਸਾਨੂੰ ਪਤਾ ਤੇ ਨਾ ਹੀ ਸਾਨੂੰ ਜਿਉਣ ਦਾ ਪਤਾ। ਬਹੁਤ ਸਾਰੇ ਭੈਣਾਂ ਭਾਈਆਂ ਦੇ ਇਹ ਮੈਸੇजेस ਕਾਲਸ ਆਉਂਦੇ ਨੇ ਕਿ ਮੈਰਿਜ ਨੂੰ 18 ਸਾਲ ਹੋ ਗਏ ਨੇ, ਮੈਰਿਜ ਨੂੰ 10 ਸਾਲ ਹੋ ਗਏ ਨੇ, ਮੈਰਿਜ ਨੂੰ 4 ਸਾਲ ਹੋ ਗਏ ਨੇ, ਪਰ ਕੋਈ ਬੇਬੀ ਬਲੈਸਿੰਗ ਨਹੀਂ ਆ। ਪਰ ਜਦ ਕਿ ਅਸੀਂ ਬਹੁਤ ਸਾਰੇ ਕੇਸਿਸ 'ਚ ਸੁਣਦੇ ਹਾਂ ਕਿ ਜਿਨ੍ਹਾਂ ਦੀ ਮੈਰਿਜ ਹੁੰਦੀ ਔਰ ਸਾਲ ਦੇ ਵਿੱਚ ਉਹਨਾਂ ਨੂੰ ਬੇਬੀ ਦੀ ਬਲੈਸਿੰਗ ਮਿਲ ਜਾਂਦੀ ਆ। ਤਾਂ ਇਸ ਤਰ੍ਹਾਂ ਨਾ ਜਨਮ ਦੇਣਾ, ਨਾ ਜੰਮਣਾ ਸਾਡੇ ਕੰਟਰੋਲ ਦੇ ਵਿੱਚ ਆ ਤੇ ਨਾ ਮਰਨਾ ਸਾਡੇ ਕੰਟਰੋਲ ਦੇ ਵਿੱਚ ਆ। ਸਾਨੂੰ ਨਹੀਂ ਪਤਾ ਕੱਲ੍ਹ ਨੂੰ ਕੀ ਹੋ ਜਾਏਗਾ, ਤਾਂ ਫਿਰ ਅਸੀਂ ਕਾਹਤੇ ਕੱਲ੍ਹ ਦੀਆਂ ਪਲੈਨਿੰਗ ਕਰਦੇ ਹਾਂ, ਕਾਹ ਤੋਂ ਅਸੀਂ ਸਾਲਾਂ ਦੀਆਂ ਪਲੈਨਿੰਗ ਕਰ ਲੈਂਦੇ ਹਾਂ। ਅਸੀਂ ਕਹਿੰਦੇ ਕਿ ਆਹ ਸਾਲ ਅਸੀਂ ਆਹ ਕੰਮ ਕਰ ਲਈਏ, 2-3 ਸਾਲ ਰੁਕ ਕੇ ਫਿਰ ਅੱਗੇ ਵਧਾ ਲਾਂਗੇ। ਇੱਕ ਵਾਰੀ ਦੁਕਾਨ ਸ਼ੁਰੂ ਕਰ ਲਓ, 1-2 ਸਾਲ ਦੇ ਵਿੱਚ ਥੋੜ੍ਹੀ ਵੱਡੀ ਕਰ ਲਾਂਗੇ ਕਿ ਅੱਜ ਅਸੀਂ ਬਾਹਰ ਜਾਂਦੇ ਹਾਂ, ਉੱਥੇ 4-5 ਸਾਲ ਲਾ ਲਵਾਂਗੇ ਤੇ ਘਰ ਦਾ ਖਰਚਾ ਥੋੜ੍ਹਾ ਸੌਖਾ ਟੱਪਦਾ ਰਹੇਗਾ। ਮੈਂ 3 ਸਾਲ ਦੀ ਡਿਗਰੀ ਕਰ ਲੈਣੀ ਆ, ਉੱਥੋਂ 1 ਸਾਲ ਦਾ ਬਾਅਦ ਦਾ ਐਕਸਪੀਰੀਅੰਸ ਲੈ ਕੇ ਤੇ ਮੈਂ ਜੋਬ ਦੇ ਲਈ ਅਪਲਾਈ ਕਰ ਦਾਂਗੀ। ਆਹ ਸਾਡੀਆਂ ਪਲੈਨਿੰਗ ਆ। ਅੱਜ ਤੋਂ ਸਾਲਾਂ ਦੀਆਂ ਅੱਗੇ ਦੀਆਂ ਸੋਚਾਂ ਰੱਖੀ ਬੈਠੇ, ਪਰ ਸਾਨੂੰ ਨਹੀਂ ਪਤਾ ਕਿ ਸਾਡੀ ਹਵਾ ਕਿੱਦਾਂ ਨਿਕਲ ਜਾਣੀ ਹੈ। ਅਸੀਂ ਇੱਕ ਉਸ ਗੁਬਾਰੇ ਦੀ ਤਰ੍ਹਾਂ ਜਿਹਨੂੰ ਭਰ ਕੇ ਰੱਖਿਆ ਜ਼ਰੂਰ ਹੋਇਆ, ਪਰ ਕੋਈ ਖਬਰ ਨਹੀਂ ਕਿੱਦਾਂ ਫੁੱਟ ਜਾਣਾ ਇਹਨੇ। ਸਾਨੂੰ ਨਹੀਂ ਪਤਾ ਕਿ ਸਾਡਾ ਇਹ ਮਿੱਟੀ ਦਾ ਸਰੀਰ ਕਦ ਫਿਰ ਮਿੱਟੀ ਵਿੱਚ ਮਿਲ ਜਾਵੇ। ਉਹ ਕਿਹੜਾ ਦਿਨ ਹੋਵੇ ਜਦ ਇਹ ਸਰੀਰ ਫਿਰ ਤੋਂ ਮਿੱਟੀ 'ਚ ਮਿਲ ਜਾਵੇ। ਉਹ ਕਿਹੜਾ ਪਲ ਹੋਏਗਾ ਜਦੋਂ ਸਾਨੂੰ ਖਬਰ ਵੀ ਨਾ ਹੋਏਗੀ ਅਤੇ ਮੌਤ ਸਾਡੀ ਚੋਰ ਦੀ ਨਿਆਈ ਸਾਨੂੰ ਆ ਪੜੇਗੀ। ਸਾਨੂੰ ਕੋਈ ਖਬਰ ਨਹੀਂ ਹੈਗੀ। ਇਸੇ ਕਰਕੇ ਫਿਲਿੱਪੀਆਂ ਦੇ ਵਿੱਚ ਲਿਖਿਆ, ਫਿਲਿੱਪੀਆਂ 4:7 ਔਰ 6 ਨੰਬਰ ਆਇਤ ਦੇ ਵਿੱਚ ਲਿਖਿਆ ਕਿ ਕਿਸੇ ਗੱਲ ਦੀ ਚਿੰਤਾ ਨਾ ਕਰੋ। ਸਾਨੂੰ ਕੀ ਲੋੜ ਹੈ ਇੰਨੀਆਂ ਲੰਬੀਆਂ ਪਲੈਨਿੰਗ ਕਰਨ ਦੀ ਜਦੋਂ ਸਾਨੂੰ ਪਤਾ ਹੀ ਨਹੀਂ ਵੀ ਸਾਡੇ ਦਿਨ ਹੈ ਕਿੰਨੇ ਆ। ਅਸੀਂ ਐਵੇਂ ਵਿਅਰਥ ਦੀਆਂ ਸੋਚਾਂ, ਵਿਅਰਥ ਦੀਆਂ ਪਲੈਨਿੰਗ ਕਰੀ ਬੈਠੇ ਹਾਂ ਕਿ ਅਸੀਂ ਇੱਦਾਂ ਕਰਾਂਗੇ, ਸਾਡੇ ਨਾਲ ਆਹ ਹੋਏਗਾ, ਸਾਨੂੰ ਇਹ ਕਰਾਂਗੇ ਤਾਂ ਪ੍ਰੋਫਿਟ ਹੋਏਗਾ। ਲੰਬੀਆਂ ਸੋਚਾਂ ਦੇ ਵਿੱਚ ਪੈ ਕੇ ਅਸੀਂ ਕੀ ਖੱਟਦੇ ਹਾਂ? ਸਿਰਫ ਤੇ ਸਿਰਫ ਚਿੰਤਾ ਤੋਂ ਬਿਨਾਂ ਅਸੀਂ ਕੁਝ ਵੀ ਹਾਸਿਲ ਨਹੀਂ ਕੀਤਾ, ਕਿਉਂਕਿ ਸਾਨੂੰ ਨਹੀਂ ਪਤਾ ਕਿ ਸਾਡੀ ਜ਼ਿੰਦਗੀ ਕਿੱਦੇ ਖਤਮ ਹੋ ਜਾਣੀ। ਪਰ ਚਿੰਤਾ ਸਾਨੂੰ ਸਾਡੇ ਆਉਣ ਵਾਲੇ 10 ਸਾਲਾਂ ਦੀ ਆ। ਸਾਨੂੰ ਇਹ ਆ ਕਿ ਆਉਣ ਵਾਲੇ 10 ਸਾਲਾਂ ਦੇ ਵਿੱਚ ਮੇਰੇ ਕੋਲ ਗੱਡੀ ਹੋਵੇ, ਮੈਂ ਇੰਨੇ ਸਾਲ ਦੇ ਵਿੱਚ ਵਿਆਹ ਕਰਾਵਾਂਗਾ, ਮੈਂ ਇੰਨੇ ਸਾਲ ਦੇ ਵਿੱਚ ਆਪਣੇ ਆਪ ਨੂੰ ਰੈਡੀ ਕਰਨਾ ਆ ਕਿ ਮੈਂ ਇਸ ਤਰੀਕ ਤੱਕ, ਇਸ ਸਾਲ ਤੱਕ ਮੈਂ ਬਿਲਕੁਲ ਸੈਟਲ ਹੋਵਾਂ, ਮੇਰੀ ਕਬੀਲਦਾਰੀ ਨਜਿੱਠੀ ਜਾਵੇ, ਮੈਨੂੰ ਕਿਸੇ ਗੱਲ ਦੀ ਚਿੰਤਾ ਨਾ ਹੋਵੇ, ਮੇਰੇ ਕੋਲੇ ਸਭ ਕੁਝ ਹੋਵੇ ਤੇ ਫਿਰ ਮੈਂ ਵਿਆਹ ਕਰਾ ਲਾਂਗਾ। ਕੀ ਫਾਇਦਾ ਉਹ ਪਲੈਨਿੰਗ ਕਰਨ ਦਾ ਜਿਹੜੀ ਪਲੈਨਿੰਗ ਸਾਡੇ ਕਿਸੇ ਵੀ ਤਰ੍ਹਾਂ ਦੇ ਵਿੱਚ ਫਾਇਦੇਮੰਦ ਹੈ ਹੀ ਨਹੀਂ। ਸਾਨੂੰ ਨਹੀਂ ਪਤਾ ਜੋ ਕੀ ਹੋ ਜਾਣਾ, ਸਾਨੂੰ ਨਹੀਂ ਪਤਾ ਜੋ ਕੀ ਚੱਲ ਰਿਹਾ। ਸਾਨੂੰ ਕੁਝ ਵੀ ਚੀਜ਼ ਸਾਡੇ ਹੱਥ ਵਿੱਚ, ਸਾਡੇ ਵੱਸ ਦੇ ਵਿੱਚ, ਕੰਟਰੋਲ ਵਿੱਚ ਹੈ ਹੀ ਨਹੀਂ। ਪਰਮੇਸ਼ਰ ਕੀ ਕਹਿ ਰਿਹਾ? ਕਹਿੰਦਾ ਤੁਹਾਡਾ ਜੀਵਨ ਹੈ ਹੀ ਕੀ ਆ। ਸਾਨੂੰ ਲੱਗਦਾ ਕਿ ਕੋਈ ਬੰਦਾ ਵੀ 90 ਸਾਲ ਜੀ ਗਿਆ, ਬੜੀ ਲੰਬੀ ਉਮਰ ਜੀ ਗਿਆ, ਕਿ ਫਲਾਨਿਆਂ ਦੀ ਬੀਬੀ ਸੀ ਵੀ ਉਹ 85 ਸਾਲ ਜੀ ਗਈ, ਬੜੀ ਲੰਬੀ ਉਮਰ ਸੀ। ਪਰ ਇਹ ਲੰਬੀ ਉਮਰ ਜਿਹੜੀ ਸਾਨੂੰ ਲੰਬੀ ਲੱਗਦੀ ਆ, ਪਰ ਪਰਮੇਸ਼ਰ ਨੂੰ ਕੀ ਲੱਗਦੀ ਆ? ਭਾਫ ਜਿਹੀ। ਪਰਮੇਸ਼ਰ ਕਹਿੰਦਾ ਤੁਹਾਡਾ ਜੀਵਨ ਜਿਹੜਾ ਕਿੱਦਾਂ ਦਾ, ਉਹ ਭਾਫ ਜਿਹਾ ਆ। ਕਹਿੰਦਾ ਹੁਣ ਹੈਗਾ ਤੇ ਪਲ ਦੇ ਵਿੱਚ ਕੀ ਹੋ ਜਾਏਗਾ? ਅਲੋਪ ਹੋ ਜਾਏਗਾ। ਇੱਕ ਪਲ ਦੇ ਵਿੱਚ ਕਹਿੰਦਾ ਇਹ ਸਭ ਦਿਖਣਾ ਬੰਦ ਹੋ ਜਾਏਗਾ। ਤੇ ਫਿਰ ਕਾਹਦੀਆਂ ਪਲੈਨਿੰਗ? ਕੀ ਫਾਇਦਾ ਸਾਲੋਂ ਸਾਲ ਦੀਆਂ ਪਲੈਨਿੰਗ ਕਰਕੇ ਤੇ ਸਾਲੋਂ ਸਾਲ ਦੀਆਂ ਚਿੰਤਾ ਅੱਜ ਹੀ ਉਠਾ ਕੇ? ਕੀ ਫਾਇਦਾ ਸਾਨੂੰ ਸਾਡੀ ਜਾਨ ਨੂੰ ਦੁੱਖ ਦੇ ਕੇ, ਜਦੋਂ ਇਸ ਜਾਨ ਦਾ ਸਾਨੂੰ ਭਰੋਸਾ ਹੀ ਨਹੀਂ ਕਿ ਇਹਨੇ ਕਿੱਦੇ ਨਿਕਲ ਜਾਣਾ ਆ। ਇਸ ਕਰਕੇ ਸਾਡਾ ਸਾਰਾ ਫੋਕਸ ਕਿੱਥੇ ਹੋਣਾ ਚਾਹੀਦਾ? ਕੀ ਕਰਨਾ ਚਾਹੀਦਾ? ਸਾਨੂੰ ਐਵੇਂ ਵਿਅਰਥ ਦੀਆਂ ਗੱਲਾਂ ਦੇ ਵਿੱਚ ਨਹੀਂ ਬਹਿਣਾ ਚਾਹੀਦਾ, ਕਿਉਂਕਿ ਨੈਕਸਟ ਵਚਨ ਵੀ ਸਾਨੂੰ ਇਸੇ ਗੱਲ ਬਾਰੇ ਦੱਸਦਾ। ਵਚਨ 'ਚੋਂ ਅਸੀਂ ਪੜਾਂਗੇ ਯਾਕੂਬ 4 ਉਹਦੀ 15 ਤੋਂ ਲੈ ਕੇ 17 ਨੰਬਰ ਆਇਤ ਤੱਕ। ਸਗੋਂ ਤੁਹਾਨੂੰ ਇਹ ਆਖਣਾ ਚਾਹੀਦਾ ਸੀ, ਪ੍ਰਭੂ ਚਾਹੇ ਤਾਂ ਅਸੀਂ ਜਿਉਂਦੇ ਰਹਾਂਗੇ ਅਤੇ ਇਹ ਜਾਂ ਉਹ ਕੰਮ ਕਰਾਂਗੇ, ਪਰ ਹੁਣ ਤੁਸੀਂ ਆਪਣੀਆਂ ਗੱਪਾਂ ਵਿੱਚ ਘਮੰਡ ਕਰਦੇ ਹੋ। ਇਹੋ ਜਿਹਾ ਘਮੰਡ ਸਾਰਾ ਹੀ ਬੁਰਾ ਹੁੰਦਾ ਹੈ। ਇਸ ਲਈ ਜੋ ਕੋਈ ਭਲਾ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਇਹ ਉਸ ਦੇ ਲਈ ਪਾਪ ਹੈ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਕੀ ਦੱਸ ਰਿਹਾ? ਕਹਿੰਦਾ ਤੁਹਾਡੇ ਮਨ ਦੀਆਂ ਵਿਚਾਰਾਂ ਕੀ ਆ?
ਕਿ ਮੈਂ ਕਰਾਂਗਾ ਅਤੇ ਮੈਂ ਕਰਕੇ ਦਿਖਾਵਾਂਗਾ। ਮੈਨੂੰ ਮੌਕਾ ਦਿਓ ਜੀ, ਮੈਂ ਕਰ ਸਕਦਾ ਹਾਂ। ਮੇਰੇ ਉੱਤੇ ਇੱਕ ਵਾਰ ਪਰਮੇਸ਼ਰ ਦੀ ਕਿਰਪਾ ਹੋ ਜੇ, ਮੈਂ ਤਾਂ ਦੁਨੀਆ ਪਲਟ ਕੇ ਰੱਖ ਦਾਂਗਾ। ਸਾਡੇ ਮਨ ਦੇ ਵਿਚਾਰ ਆ, ਕਿਉਂਕਿ ਸਾਨੂੰ ਲੱਗਦਾ ਕਿ ਸਾਡੀ ਤਾਕਤ ਅਤੇ ਸਾਡਾ ਬਲ, ਸਾਡੀ ਜ਼ਿੰਦਗੀ ਮੇਰੀ ਮਰਜ਼ੀ, ਮੇਰੀ ਜ਼ਿੰਦਗੀ ਮੇਰੀ ਚਾਹਤ, ਪਰ ਸਾਡੇ ਵਿੱਚ ਕੁਛ ਨਹੀਂ ਆ। ਪਰਮੇਸ਼ਰ ਕਹਿੰਦਾ ਤੁਹਾਡੇ ਸਿਰ ਦੇ ਵਾਲ ਤੁਹਾਡੇ ਨਹੀਂ ਆ, ਤੁਹਾਡੇ ਹੱਥ ਤੁਹਾਡੇ ਨਹੀਂ, ਤੁਹਾਡੇ ਕਦਮ ਤੁਹਾਡੇ ਨਹੀਂ, ਤੁਹਾਡੀਆਂ ਅੱਖਾਂ ਤੁਹਾਡੀਆਂ ਨਹੀਂ ਆ। ਇਹ ਪੂਰਾ ਸਰੀਰ ਕੀ ਆ? ਮੇਰਾ ਮੰਦਿਰ ਹੈ ਔਰ ਮੈਂ ਇਹਦੇ ਵਿੱਚ ਵਸਦਾ ਔਰ ਤੁਹਾਡਾ ਇਹਦੇ ਵਿੱਚ ਕੁਛ ਵੀ ਨਹੀਂ ਆ। ਫਿਰ ਕੀ ਫਾਇਦਾ ਉਹਨਾਂ ਵਿਅਰਥ ਦੀਆਂ ਸੋਚਾਂ ਦੇ ਪਿੱਛੇ ਪੈਣ ਦਾ, ਜਿਹੜੀਆਂ ਸੋਚਾਂ ਸਿਰਫ ਤੇ ਸਿਰਫ ਸਾਡਾ ਨੁਕਸਾਨ ਕਰਦੀਆਂ ਆ, ਸਾਨੂੰ ਚਿੰਤਾ 'ਚ ਪਾਉਂਦੀਆਂ ਆ, ਸਾਨੂੰ ਪਰੇਸ਼ਾਨੀ ਦੇ ਵਿੱਚ ਪਾਉਂਦੀਆਂ ਆ। ਕੀ ਫਾਇਦਾ ਉਹਨਾਂ ਫੋਕੀਆਂ ਗੱਪਾਂ ਦਾ? ਕਹਿੰਦਾ ਤੁਸੀਂ ਕੀ ਕਰਦੇ? ਘਮੰਡ ਕਰਦੇ ਆ, ਜਦ ਕਿ ਤੁਹਾਡੇ ਕੋਲ ਤੁਹਾਡਾ ਕੁਛ ਵੀ ਨਹੀਂ ਹੈਗਾ। ਕਹਿੰਦਾ ਕਿਉਂ ਜੋ ਤੁਸੀਂ ਇਹ ਕਹਿੰਦੇ ਵੀ ਮੈਂ ਕਰਾਂਗਾ, ਮੈਂ ਜਾਵਾਂਗਾ, ਮੇਰੇ ਕੋਲ ਆ ਅਤੇ ਮੈਂ ਹੀ ਸਭ ਕੁਝ ਕਰਾਂਗਾ। ਤੇ ਕਹਿੰਦਾ ਜਦੋਂ ਤੁਸੀਂ ਇਹ ਗੱਲ ਕਹਿੰਦੇ ਆ ਤਾਂ ਤੁਸੀਂ ਕੀ ਕਰਦੇ ਆ? ਘਮੰਡ ਕਰਦੇ ਆ। ਕਹਿੰਦਾ ਤੁਸੀਂ ਆਪਣੀਆਂ ਹੀ ਗੱਪਾਂ ਮਾਰਦੇ ਆ। ਇਹ ਸਿਰੇ ਦੀ ਗੱਪ ਆ ਜੋ ਬੰਦਾ ਕਹਿੰਦਾ ਵੀ ਮੈਨੂੰ ਆਉਣ ਵਾਲੇ 5 ਸਾਲਾਂ ਦੇ ਵਿੱਚ ਦੇਖਿਓ ਮੇਰੀ ਕਹਾਣੀ ਬਦਲ ਜੂਗੀ, ਮੈਨੂੰ 1 ਸਾਲ ਅਮਰੀਕਾ ਕੈਨੇਡਾ ਭੇਜ ਦਿਓ, ਮੈਂ ਦੁਨੀਆ ਬਦਲ ਕੇ ਰੱਖ ਦਾਂਗਾ। ਮੈਨੂੰ 1 ਦਿਨ ਦੇ ਲਈ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿਓ, ਮੈਂ ਤੁਹਾਨੂੰ ਦੱਸਦਾ ਦੇਸ਼ ਕਿੱਦਾਂ ਚੱਲਦਾ। ਇਹੀ ਗੱਲ ਸ਼ੈਤਾਨ ਨੇ ਪ੍ਰਭੂ ਨੂੰ ਕਹੀ ਸੀ। ਲੂਸੀਫਰ ਕੀ ਕਹਿੰਦਾ ਸੀ ਕਿ ਮੈਂ ਤੇਰੇ ਵਰਗਾ ਆ, ਤੂੰ ਮੈਨੂੰ ਆਪਣੇ ਆਪ ਨਾਲੋਂ ਘੱਟ ਨਹੀਂ ਬਣਾਇਆ। ਜਦੋਂ ਮੈਂ ਤੇ ਤੂੰ ਦੋਵੇਂ ਇੱਕੋ ਜਿਹੇ ਆ, ਫਿਰ ਤੂੰ ਪਰਮੇਸ਼ਰ ਕਿਉਂ ਆ? ਫਿਰ ਮੈਂ ਪਰਮੇਸ਼ਰ ਕਿਉਂ ਨਹੀਂ ਆ? ਤੂੰ ਧਰਤੀ ਨੂੰ ਕਿਉਂ ਚਲਾਉਂਦਾ? ਤੂੰ ਮੈਨੂੰ ਫੜਾ ਧਰਤੀ, ਮੈਂ ਤੈਨੂੰ ਚਲਾ ਕੇ ਦਿਖਾਉਣਾ। ਤੇ ਹੁਣ ਲੂਸੀਫਰ ਦੇ ਹੱਥ ਵਿੱਚ ਧਰਤੀ ਆ ਤੇ ਅਸੀਂ ਵੇਖ ਹੀ ਰਹੇ ਆ ਵੀ ਉਹ ਕਿੰਨੇ ਸਹੀ ਤਰੀਕੇ ਨਾਲ ਚਲਾ ਰਿਹਾ ਆ। ਲੋਕ ਨਸ਼ੇ ਦੇ ਵਿੱਚ ਨੇ, ਵਿਚਾਰ ਦੇ ਵਿੱਚ ਨੇ, ਲੜਾਈ ਝਗੜੇ ਦੇ ਵਿੱਚ ਨੇ। ਉਹਦੇ ਅੰਦਰ ਕੀ ਸੀ? ਘਮੰਡ ਸੀ ਕਿ ਮੈਨੂੰ ਦਿਓ ਮੌਕਾ ਤੇ ਤੁਹਾਨੂੰ ਮੈਂ ਕਰਕੇ ਦਿਖਾਉਣਾ ਆ। ਪਰ ਜਦੋਂ ਉਹਨੂੰ ਧਰਤੀ ਦਿੱਤੀ ਗਈ ਪਰ ਉਹ ਕਰਕੇ ਕੁਝ ਵਿਖਾਈ ਨਹੀਂ ਪਾਇਆ। ਉਹ ਕੀ ਕਰ ਰਿਹਾ? ਉਹ ਲੜਾਈ ਝਗੜੇ ਕਰਵਾ ਰਿਹਾ। ਬਾਪ ਆਪਣੇ ਬੇਟੇ ਦੇ ਖਿਲਾਫ ਆ, ਧੀ ਆਪਣੀ ਮਾਂ ਦੇ ਖਿਲਾਫ ਆ, ਬੱਚੇ ਆਪਣੇ ਮਾਂ-ਬਾਪ ਦੀ ਆਗਿਆਕਾਰੀ ਨਹੀਂ ਕਰਦੇ, ਪਤੀ ਪਤਨੀ ਇੱਕ ਦੂਜੇ ਦੇ ਖਿਲਾਫ ਹੋਏ ਨੇ, ਵਿਚਾਰ ਕਰਦੇ ਨੇ, ਪਤਨੀ ਕਿਤੇ ਹੋਰ ਫਿਰਦੀ, ਪਤੀ ਕਿਤੇ ਹੋਰ ਫਿਰਦਾ। ਇੱਕ ਘਰ ਕੋਈ ਬੇਡੋਲ ਆ, ਕੋਈ ਬੇਸਮਝ ਆ, ਕੋਈ ਲੜਾਈ ਝਗੜਿਆਂ ਨਾਲ ਭਰਿਆ ਪਿਆ ਆ। ਹਰ ਘਰ ਦੇ ਵਿੱਚ ਨਵੀਂ ਮੁਸ਼ਕਿਲ, ਨਵੀਂ ਪਰੇਸ਼ਾਨੀ ਤੇ ਨਵੀਂ ਚਿੰਤਾ ਆ। ਲੂਸੀਫਰ ਨੂੰ ਵੀ ਘਮੰਡ ਸੀ ਕਿ ਮੈਂ ਕਰ ਸਕਦਾ ਆ, ਮੈਨੂੰ ਮੌਕਾ ਤਾਂ ਦਿਓ। ਤੇ ਹੁਣ ਉਹਨੂੰ ਮੌਕਾ ਜਦ ਮਿਲਿਆ, ਉਹਨੂੰ ਸਿੱਟਿਆ ਧਰਤੀ ਦੇ ਉੱਤੇ, ਤਾਂ ਉਹਨੇ ਧਰਤੀ ਨੂੰ ਗਰਕ ਦਿੱਤਾ, ਇੱਕਦਮ ਨਰਕ ਬਣਾ ਦਿੱਤਾ। ਲੋਕਾਂ ਦੇ ਮਨਾਂ ਦੇ ਵਿੱਚ ਜ਼ਹਿਰ ਭਰ ਦਿੱਤੀ ਹੋਰ ਵੀ ਜ਼ਿਆਦਾ। ਕਹਿੰਦਾ ਇਸੇ ਲਈ ਤੁਸੀਂ ਆਪਣੀਆਂ ਗੱਪਾਂ ਦੇ ਉੱਤੇ ਘਮੰਡ ਨਾ ਕਰੋ। ਕਹਿੰਦਾ ਇਹੋ ਜਿਹਾ ਘਮੰਡ ਬੁਰਾ ਹੁੰਦਾ ਆ ਕਿ ਮੈਂ ਕਰ ਸਕਦਾ। ਕਹਿੰਦਾ ਪਰ ਅਗਰ ਤੁਸੀਂ ਇਹ ਗੱਲ ਕਹੋ ਕਿ ਜੇ ਪ੍ਰਭੂ ਚਾਹੇ ਤਾਂ ਮੈਂ ਜਿਉਂਦਾ ਰਹਾਂਗਾ, ਜੇ ਮੇਰਾ ਪਰਮੇਸ਼ਰ ਚਾਹੇ ਤਾਂ ਮੈਂ ਆਹ ਕੰਮ ਕਰ ਪਾਵਾਂਗਾ, ਜੇ ਉਹਦੀ ਮਰਜ਼ੀ ਹੋਵੇ ਤਾਂ ਮੈਂ ਇਸ ਕੰਮ ਦੇ ਵਿੱਚ ਫਲਵੰਤ ਹੋ ਜਾਵਾਂਗਾ। ਕਹਿੰਦਾ ਪਰ ਤੁਸੀਂ ਪਰਮੇਸ਼ਰ ਦਾ ਨਾਮ ਲੈਣ ਦੀ ਬਜਾਏ ਆਪਣੇ ਆਪ ਨੂੰ ਹੀ ਫੇਮਸ ਕਰਦੇ ਰਹਿੰਦੇ, ਆਪਣੇ ਆਪ 'ਤੇ ਹੀ ਮਾਣ ਕਰਦੇ ਰਹਿੰਦੇ ਕਿ ਮੈਂ ਕਰਾਂਗਾ। ਪਰ ਕਹਿੰਦਾ ਤੁਹਾਨੂੰ ਨਹੀਂ ਪਤਾ ਕਿ ਕਰਨ ਵਾਲਾ ਕੌਣ ਆ। ਕਹਿੰਦਾ ਕਰਨ ਵਾਲਾ ਉਹ ਪਰਮੇਸ਼ਰ ਆ ਜਦੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਤੁਹਾਡੇ ਸਰੀਰ ਦੇ ਉੱਤੇ ਉਹਦਾ ਕਬਜ਼ਾ, ਉਸੇ ਦਾ ਵਾਸ ਆ। ਤੇ ਜਦੋਂ ਕਰਨਾ ਸਭ ਕੁਝ ਹੋਣੇ ਆ, ਫਿਰ ਤੁਸੀਂ ਕਾਹਦਾ ਮਾਣ ਕਰਦੇ ਹੋ? ਵਚਨ ਕਹਿੰਦਾ ਕਿ ਪਰਮੇਸ਼ਰ ਵੱਲੋਂ ਚੇਤਾਵਨੀ ਆ ਤੁਹਾਨੂੰ ਇਸ ਗੱਲ ਦੀ ਕਿ ਇੱਦਾਂ ਦਾ ਘਮੰਡ ਨਾ ਕਰੋ। ਕਹਿੰਦਾ ਇਸ ਲਈ ਜੋ ਕੋਈ ਭਲਾ ਕਰਨਾ ਜਾਣਦਾ ਹੈ ਪਰ ਉਹ ਕਰਦਾ ਨਹੀਂ, ਤੇ ਜਦੋਂ ਕਹਿੰਦਾ ਤੁਸੀਂ ਕੋਈ ਭਲਾ ਕੰਮ ਕਰਦੇ ਹੀ ਨਹੀਂ, ਫਿਰ ਤੁਹਾਡਾ ਘਮੰਡ ਕਾਹਦਾ? ਪਰਮੇਸ਼ਰ ਭਲਾ ਆ, ਉਹ ਚੰਗਾ ਆ, ਉਹ ਹਰ ਇੱਕ ਦੀ ਫਿਕਰ ਕਰਦਾ, ਹਰ ਇੱਕ 'ਤੇ ਦਇਆ ਕਰਦਾ, ਹਰ ਇੱਕ ਨੂੰ ਸੰਭਾਲ ਕੇ ਰੱਖਦਾ ਆ ਅਤੇ ਹਰ ਇੱਕ ਨੂੰ ਆਪਣੇ ਖੰਭਾਂ ਹੇਠਾਂ ਛੁਪਾਉਂਦਾ ਤੇ ਹਰ ਇੱਕ ਨੂੰ ਸਮਝ, ਗਿਆਨ ਅਤੇ ਬੁੱਧ ਦੇਣ ਵਾਲਾ ਪਰਮੇਸ਼ਰ ਆ। ਕਹਿੰਦਾ ਜਦ ਸਭ ਕੁਝ ਕਰਨ ਵਾਲਾ ਉਹ ਆ ਤੇ ਫਿਰ ਤੂੰ ਕਾਹਦਾ ਵਿਅਰਥ ਦਾ ਘਮੰਡ ਕਰਦਾ ਆ ਵੀ ਮੈਂ ਕਰਾਂਗਾ, ਮੈਂ ਜਾਵਾਂਗਾ, ਮੈਂ ਕਮਾਈ ਕਰਾਂਗਾ। ਕਹਿੰਦਾ ਤੇਰੀ ਜ਼ਿੰਦਗੀ, ਤੇਰੇ ਦਿਨ ਕਿੱਡੇ ਨੇ? ਤੇਰੇ ਦਿਨ ਚੱਪਾ ਭਰਿਆ ਤੇ ਤੇਰੀ ਜ਼ਿੰਦਗੀ ਕਹਿੰਦਾ ਭਾਫ ਵਰਗੀ ਆ, ਜਿਹੜੀ ਹੈਗੀ ਆ ਤੇ ਕੱਲ ਵਿੱਚ ਹੈ ਨਹੀਂ ਗੀ, ਹੁਣ ਦਿਸਦੀ ਆ ਤੇ ਪਲ ਵਿੱਚ ਨਹੀਂ ਦਿਸੇਗੀ। ਕਹਿੰਦਾ ਫਿਰ ਐਸੀ ਜ਼ਿੰਦਗੀ ਦਾ ਤੂੰ ਕੀ ਘਮੰਡ ਕਰਦਾ? ਤੇਰੀ ਜ਼ਿੰਦਗੀ ਕਹਿੰਦਾ ਵਿਅਰਥ ਆ।
ਪਰ ਇਹ ਪਰਮੇਸ਼ਰ ਵੱਲੋਂ ਚੇਤਾਵਨੀ ਆ ਕਿ ਛੱਡ ਦੇ ਇਸ ਗੱਲ ਦਾ ਘਮੰਡ ਕਰਨੋਂ, ਕਿਉਂਕਿ ਤੇਰੇ ਹੱਥ ਵਿੱਚ ਕੁਝ ਵੀ ਨਹੀਂ ਆ। ਮੇਰੇ ਲਈ ਤੂੰ ਇੱਕ ਹਵਾ ਦਾ ਝੋਕਾ ਆ ਤੇ ਜਿਹੜਾ ਆਇਆ ਤੇ ਚਲਾ ਗਿਆ, ਕੋਈ ਸਮਝ ਹੀ ਨਹੀਂ ਰਹੀ। 1 ਸੈਕਿੰਡ ਦੇ ਵਿੱਚ ਰਿਹਾ ਤੇ 1 ਸੈਕਿੰਡ ਦੇ ਵਿੱਚ ਖਤਮ ਹੋ ਗਿਆ। ਇਸ ਕਰਕੇ ਵਿਅਰਥ ਦਾ ਘਮੰਡ ਨਾ ਕਰੋ। ਅੱਜ ਤੋਂ 10 ਸਾਲ ਬਾਅਦ ਦੀਆਂ ਸੋਚਾਂ ਵਿਚਾਰਾਂ ਦੇ ਵਿੱਚ ਨਾ ਪਵੋ, ਕਿਉਂ ਜੋ ਪਰਮੇਸ਼ਰ ਦਾ ਆਤਮਾ ਸਾਨੂੰ ਕੀ ਕਹਿ ਰਿਹਾ। ਕਹਿੰਦਾ ਤੁਹਾਡਾ ਸਰੀਰ ਵੀ ਤੁਹਾਡਾ ਆਪਣਾ ਨਹੀਂ ਆ। ਤੁਸੀਂ ਵਿਅਰਥ ਦੀਆਂ ਗੱਪਾਂ ਮਾਰ ਕੇ ਘਮੰਡ ਕਰਦੇ ਹੋ ਅਤੇ ਸਾਰਾ ਘਮੰਡ ਕਹਿੰਦਾ ਬੁਰਾ ਹੁੰਦਾ ਆ, ਕਿਉਂਕਿ ਕਹਿੰਦਾ ਕੋਈ ਭਲਾ ਕਰਦਾ ਨਹੀਂ ਤਾਂ ਫਿਰ ਘਮੰਡ ਕਾਹਦਾ। ਜਦੋਂ ਤੁਸੀਂ ਕੁਝ ਕਰ ਹੀ ਨਹੀਂ ਸਕਦੇ ਫਿਰ ਘਮੰਡ ਕਾਹਦਾ। ਕਹਿੰਦਾ ਸਾਰੇ ਕਹਿੰਦੇ ਆ ਕਿ ਮੈਂ ਭਲਾ ਕਰਾਂਗਾ, ਪਰ ਕੋਈ ਭਲਾ ਕਰਨਾ ਜਾਣਦਾ ਨਹੀਂ ਅਤੇ ਇਹ ਉਸ ਦੇ ਲਈ ਪਾਪ ਆ। ਜਦੋਂ ਅਸੀਂ ਕੁਝ ਚੀਜ਼ ਸੋਚਦੇ ਆਪਣੇ ਮਨ ਦੇ ਵਿੱਚ ਪਰ ਅਸੀਂ ਕਰ ਨਹੀਂ ਪਾਉਂਦੇ ਤਾਂ ਉਹ ਸਾਡੇ ਲਈ ਪਾਪ ਹੈ। ਇਸ ਕਰਕੇ ਵਿਅਰਥ ਦੇ ਵਹਿਮਾਂ ਭਰਮਾਂ 'ਚ, ਵਿਅਰਥ ਦੀਆਂ ਚਿੰਤਾਵਾਂ ਦੇ ਵਿੱਚ ਨਾ ਫਸੋ, ਕਿਉਂ ਜੋ ਪਰਮੇਸ਼ਰ ਜਾਣਦਾ ਕਿ ਉਹਨੇ ਕੀ ਕਰਨਾ ਤੇ ਕਿੱਦਾਂ ਕਰਨਾ ਆ, ਤਾਂ ਉਹ ਸਾਨੂੰ ਸਭ ਕੁਝ ਕਰਕੇ ਦਿਖਾਏਗਾ। ਸਾਡੇ ਲਈ ਸਭ ਕੁਝ ਬਣਿਆ ਬਣਾਇਆ ਪ੍ਰੈਜ਼ੈਂਟ ਕਰੇਗਾ ਅਤੇ ਜਦੋਂ ਉਹਨੇ ਸਾਡੇ ਲਈ ਪ੍ਰੈਜ਼ੈਂਟ ਕਰ ਦਿੱਤਾ ਤਾਂ ਸੱਚਮੁੱਚ ਅਸੀਂ ਖੁਸ਼ ਹੋਵਾਂਗੇ ਤੇ ਆਨੰਦਿਤ ਹੋਵਾਂਗੇ। ਪਰ ਜੇ ਅਸੀਂ ਉਹ ਤੋਂ ਲੈ ਕੇ ਪ੍ਰੈਜ਼ੈਂਟ, ਉਸ ਤੋਂ ਗਿਫਟ ਲੈ ਕੇ ਵੀ ਅਸੀਂ ਕੀ ਕਵਾਂਗੇ ਕਿ ਮੈਂ ਹਾਸਿਲ ਕੀਤਾ, ਮੈਂ ਦੁਆ ਕੀਤੀ, ਮੇਰੀ ਪ੍ਰਭੂ ਨੇ ਸੁਣੀ ਤੇ ਮੈਨੂੰ ਮਿਲਿਆ ਆ, ਇਹ ਉਹ ਘਮੰਡ ਆ। ਅਸੀਂ ਕੀ ਕਹਿ ਸਕਦੇ ਕਿ ਮੈਂ ਦੁਆ ਤਾਂ ਕੀਤੀ ਪਰ ਪਰਮੇਸ਼ਰ ਦੀ ਦਇਆ ਮੇਰੇ ਤੇ ਹੋਈ ਆ। ਔਰ ਇਹ ਸਭ ਕੁਝ ਇਸ ਕਰਕੇ ਨਹੀਂ ਕਿ ਮੈਂ ਮੰਗਿਆ ਤਾਂ ਮੈਨੂੰ ਮਿਲਿਆ, ਪਰ ਇਸ ਕਰਕੇ ਕਿਉਂਕਿ ਮੇਰਾ ਪਰਮੇਸ਼ਰ ਦਇਆਵਾਨ ਆ। ਉਹ ਸੱਚਮੁੱਚ ਨਮਰ ਅਤੇ ਦਇਆ ਕਰਨ ਵਾਲਾ ਪਰਮੇਸ਼ਰ ਆ। ਉਹ ਸੱਚਮੁੱਚ ਮੇਰਾ ਅਤੇ ਸਭ ਦਾ ਪਰਮੇਸ਼ਰ ਆ, ਜੋ ਸਭ ਦੇ ਭਲੇ ਦੇ ਲਈ ਸਦਾ ਤੱਕ ਖੜਾ ਰਹਿੰਦਾ ਆ। ਹਾਲੇਲੂਇਆ। ਵਿਅਰਥ ਦੇ ਘਮੰਡ ਨਾ ਕਰੋ, ਕਿਉਂਕਿ ਪਰਮੇਸ਼ਰ ਨੂੰ ਇਹ ਗੱਲਾਂ ਪਸੰਦ ਨਹੀਂ ਆ। ਅਜਿਹਾ ਨਾ ਹੋਵੇ ਕਿਤੇ ਅਸੀਂ ਸੱਚਾਈ ਦੇ ਰਾਹੋਂ ਭਟਕ ਕੇ ਪਾਪ ਦੇ ਰਾਹ ਦੇ ਵੱਲ ਵੱਧਦੇ ਜਾਈਏ ਅਤੇ ਜਦ ਅਸੀਂ ਪਾਪ ਦੇ ਰਾਹ ਦੇ ਵਿੱਚ ਵੱਧ ਗਏ ਤਾਂ ਸਾਡਾ ਕੀ ਹੋਏਗਾ, ਨਾਸ਼ ਹੋਏਗਾ। ਕਿਉਂਕਿ ਪਾਪ ਦੀ ਮਜ਼ਦੂਰੀ ਕੀ ਆ, ਮੌਤ ਹੈ। ਔਰ ਜਿਹੜਾ ਉਸ ਮੌਤ ਦੇ ਉੱਤੇ ਫਤਿਹ ਨਾ ਪਾ ਪਾਇਆ ਉਹ ਤਾਂ ਫਿਰ ਸਦਾ ਦੀ ਮੌਤ ਦੇ ਵਿੱਚ ਜਾਏਗਾ। ਔਰ ਜਿਹਨੇ ਫਤਿਹ ਪਾ ਲਈ ਉਹ ਸਦਾ ਦੀ ਜ਼ਿੰਦਗੀ 'ਚ ਜਾਏਗਾ। ਔਰ ਫਤਿਹ ਪਾਉਣ ਦੇ ਲਈ ਸਾਨੂੰ ਸਾਡਾ ਘਮੰਡ ਛੱਡਣਾ ਪਵੇਗਾ ਕਿ ਮੈਂ ਹਾਂ, ਪਰ ਅਸੀਂ ਕੀ ਕਵਾਂਗੇ ਕਿ ਪਰਮੇਸ਼ਰ ਜੋ ਵੀ ਆ ਤੂੰ ਆ, ਤੂੰ ਕਰਨ ਵਾਲਾ, ਤੂੰ ਦੇਣ ਵਾਲਾ, ਤੂੰ ਸੰਭਾਲਣ ਵਾਲਾ, ਤੂੰ ਖੜਿਆ ਕਰਨ ਵਾਲਾ ਅਤੇ ਤੂੰ ਹੀ ਸਭ ਕੁਝ ਕਰਨ ਵਾਲਾ ਪਰਮੇਸ਼ਰ ਆ। ਤਾਂ ਆਓ ਜੀ ਉਸ ਪਰਮੇਸ਼ਰ ਦੀ ਦਇਆ, ਕਿਰਪਾ, ਆਸ਼ੀਸ਼ ਬਰਕਤ ਦੇ ਲਈ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ, 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 ਧੰਨਵਾਦ ਕਰਦੇ ਮਹਾਨ ਪਿਤਾ ਪਰਮੇਸ਼ਰ, ਸੈਨਾ ਦੇ ਪ੍ਰਭੂ ਯਹੋਵਾ, ਤੁਹਾਡੀ ਪਵਿੱਤਰ ਹਜ਼ੂਰੀ ਅੱਗੇ ਝੁਕਦੇ ਪਿਤਾ ਪਰਮੇਸ਼ਰ, ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਹੈ ਪ੍ਰਭੂ ਜੀ। ਅੱਜ ਦੀ ਸਵੇਰ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਮਹਾਨ ਪਿਤਾ ਪਰਮੇਸ਼ਰ। ਸੱਚਮੁੱਚ ਰਾਤ ਭਰ ਦੇ ਵਿੱਚ ਤੁਸੀਂ ਸਾਨੂੰ ਸੰਭਾਲਿਆ ਪਿਤਾ ਪਰਮੇਸ਼ਰ, ਤੁਹਾਡੇ ਦੂਤਾਂ ਨੇ ਸਾਨੂੰ ਬਲੈਸ ਕੀਤਾ ਪ੍ਰਭੂ ਜੀ। ਤੁਸੀਂ ਆਪਣੇ ਹੱਥਾਂ ਦੇ ਵਿੱਚ ਲਿਆ ਸਾਨੂੰ ਪਿਤਾ ਪਰਮੇਸ਼ਰ, ਤੁਸੀਂ ਸਾਨੂੰ ਧੋਤਾ ਤੇ ਸ਼ੁੱਧ ਕੀਤਾ ਖੁਦਾਵੰਦ। ਤੁਸੀਂ ਦਇਆ ਕਰਨ ਵਾਲੇ ਪਰਮੇਸ਼ਰ ਹੋ, ਪਵਿੱਤਰ ਕਰਨ ਵਾਲੇ ਤੇ ਸ਼ੁੱਧ ਕਰਨ ਵਾਲੇ ਪਰਮੇਸ਼ਰ ਹੋ ਪਿਤਾ ਜੀ। ਆਪਣੇ ਲਹੂ ਦੀਆਂ ਵਾੜਾਂ ਸਾਡੇ ਚਾਰ ਚੁਫੇਰੇ ਲਗਾਓ ਪਿਤਾ ਪਰਮੇਸ਼ਰ, ਆਪਣੇ ਦੂਤਾਂ ਦੇ ਦੁਆਰਾ ਸਾਡੀ ਅਗਵਾਈ ਕਰੋ ਪ੍ਰਭੂ ਜੀ। ਸੱਚਾ ਸਹਾਇਕ ਪਵਿੱਤਰ ਆਤਮਾ ਸਾਨੂੰ ਸੰਭਾਲੇ ਅਤੇ ਸਾਡੀ ਹਿਫਾਜ਼ਤ ਕਰੇ ਪਿਤਾ ਪਰਮੇਸ਼ਰ। ਆਪਣੇ ਦੂਤਾਂ ਦੇ ਦੁਆਰਾ ਸਾਨੂੰ ਬਲੈਸ ਕਰੋ, ਸ਼ੁੱਧ ਕਰੋ, ਆਜ਼ਾਦ ਕਰੋ ਪਿਤਾ ਪਰਮੇਸ਼ਰ। ਅਸੀਂ ਵਿਸ਼ਵਾਸ ਕਰਦੇ ਖੁਦਾਵੰਦ ਜੋ ਤੁਸੀਂ ਵਚਨ ਦੇ ਵਿੱਚ ਕਿਹਾ ਆ ਕਿ ਕੱਲ੍ਹ ਦੀ ਚਿੰਤਾ ਨਾ ਕਰ, ਕਿਉਂਕਿ ਅੱਜ ਦੇ ਲਈ ਅੱਜ ਦਾ ਦੁੱਖ ਹੀ ਬਥੇਰਾ ਆ ਪਰਮੇਸ਼ਰ ਪਿਤਾ। ਅਸੀਂ ਵਿਅਰਥ ਦੀ ਚਿੰਤਾ ਤੇ ਵਹਿਮਾਂ ਭਰਮਾਂ ਦੇ ਵਿੱਚ ਨਾ ਪਈਏ ਪ੍ਰਭੂ ਜੀ। ਤੁਹਾਡੀ ਸਦਾ ਦੀ ਦਇਆ ਤੇ ਕਿਰਪਾ ਹੁਣ ਤੋਂ ਲੈ ਕੇ ਸਦਾ ਤੱਕ ਸਾਡੀ ਜ਼ਿੰਦਗੀ 'ਚ ਬਣੀ ਰਹੇ ਖੁਦਾਵੰਦ। ਸਿਰ ਤੋਂ ਲੈ ਕੇ ਪੈਰਾਂ ਤੱਕ ਹਰ ਇੱਕ ਭੈਣ ਭਾਈ ਨੂੰ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੇ ਪਿਤਾ ਪਰਮੇਸ਼ਰ, ਜੋ ਆਪਣੇ ਆਉਣ ਵਾਲੇ ਸਮੇਂ ਦੀ ਵਧੇਰੇ ਫਿਕਰ ਕਰਦੇ ਨੇ ਅਤੇ ਆਉਣ ਵਾਲੇ ਕੱਲ੍ਹ ਦੀਆਂ ਬਲਕਿ ਬਹੁਤੇ ਸਾਲਾਂ ਦੀਆਂ ਪਲੈਨਿੰਗਸ ਦੇ ਵਿੱਚ ਫਸੇ ਹੋਏ ਨੇ, ਚਿੰਤਾਵਾਂ ਦੇ ਵਿੱਚ ਫਸੇ ਹੋਏ ਨੇ ਖੁਦਾਵੰਦ। ਉਸ ਹਰ ਇੱਕ ਦੇ ਉੱਤੇ ਦਇਆ ਕਰੋ ਪ੍ਰਭੂ ਜੀ। ਆਪਣੇ ਦੂਤਾਂ ਦੇ ਦੁਆਰਾ ਇਹਨਾਂ ਨੂੰ ਬਲੈਸ ਕਰੋ ਪਿਤਾ ਪਰਮੇਸ਼ਰ। ਸੱਚਾ ਸਹਾਇਕ ਪਵਿੱਤਰ ਆਤਮਾ ਇਹਨਾਂ ਦੀ ਹਿਫਾਜ਼ਤ ਕਰੇ ਪਿਤਾ ਪਰਮੇਸ਼ਰ। ਸੱਚਮੁੱਚ ਤੁਹਾਡਾ ਦਇਆ ਵਾਲਾ ਹੱਥ ਇਹਨਾਂ ਨੂੰ ਛੂਹੇ ਪ੍ਰਭੂ ਜੀ। ਅਸੀਂ ਆਉਣ ਵਾਲੇ ਸਾਲਾਂ ਦੀ ਨਾ ਪਰ ਅੱਜ ਦੀ ਫਿਕਰ ਕਰੀਏ ਪਿਤਾ ਪਰਮੇਸ਼ਰ, ਕਿਉਂਕਿ ਸੱਚਮੁੱਚ ਤੁਸੀਂ ਰੋਜ਼ ਦੀ ਰੋਟੀ ਸਾਨੂੰ ਦਿੰਦੇ ਹੋ ਪਿਤਾ ਜੀ। ਤੁਸੀਂ ਸਾਡੇ ਰੋਜ਼ ਦੀ ਰੋਟੀ ਅਤੇ ਸਾਡਾ ਪਾਣੀ ਹੋ ਪਿਤਾ ਪਰਮੇਸ਼ਰ। ਇਹ ਵਚਨਾਂ ਰੂਪੀ ਖੁਰਾਕ ਨੂੰ ਅਸੀਂ ਲਈਏ ਤੇ ਤੰਦਰੁਸਤ ਹੋ ਜਾਈਏ। ਹਰ ਇੱਕ ਵਿਰੋਧੀ ਦੀ ਸ਼ਕਤੀ ਸ਼ਰਮਿੰਦਾ ਤੇ ਦਫਾ ਦੂਰ ਹੋ ਜਾਵੇ ਖੁਦਾਵੰਦ, ਕਿਉਂਕਿ ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਭੂ ਜੀ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਡੇ ਸਰੀਰ ਦੇ ਵਿੱਚ ਹੋਣ ਵਾਲਾ ਹਰ ਇੱਕ ਕੰਮ ਤੁਹਾਡੀ ਹੀ ਮਰਜ਼ੀ ਇੱਛਾ ਦੇ ਅਨੁਸਾਰ ਹੁੰਦਾ ਪਿਤਾ ਪਰਮੇਸ਼ਰ। ਔਰ ਤੁਹਾਡਾ ਦਇਆ ਵਾਲਾ ਹੱਥ ਸਾਨੂੰ ਸੰਭਾਲਦਾ ਤੇ ਸ਼ੁੱਧ ਕਰਦਾ ਆ। ਆਪਣੇ ਦੂਤਾਂ ਦੇ ਦੁਆਰਾ ਬਲੈਸ ਕਰੋ, ਆਸ਼ੀਸ਼ਿਤ ਕਰੋ ਪਿਤਾ ਪਰਮੇਸ਼ਰ। ਸੱਚਮੁੱਚ ਪਿਤਾ ਅਸੀਂ ਵਿਅਰਥ ਦੀਆਂ ਗੱਪਾਂ ਅਤੇ ਵਧੇਰੇ ਘਮੰਡ ਦੇ ਵਿੱਚੋਂ ਦੂਰ ਰਹੀਏ ਪ੍ਰਭੂ ਜੀ। ਅਸੀਂ ਸਾਰਾ ਘਮੰਡ ਤਿਆਗ ਦਈਏ ਅਤੇ ਬੁਰਾਈ ਦੇ ਰਾਹੋਂ ਭਟਕ ਜਾਈਏ ਪਿਤਾ ਪਰਮੇਸ਼ਰ, ਪਰ ਸੱਚਾਈ ਦੇ ਰਾਹ ਦੇ ਉੱਤੇ ਚੱਲਦੇ ਜਾਈਏ ਪ੍ਰਭੂ ਜੀ। ਔਰ ਅਜਿਹਾ ਰਾਸਤਾ ਅਸੀਂ
ਫੜੀਏ, ਜਿਹਨੂੰ ਤੁਸੀਂ ਨਾ ਸੱਜੇ ਨਾ ਖੱਬੇ ਮੁੜੀਏ, ਪਰ ਤੁਹਾਡੇ ਹੁਕਮਾਂ ਤੁਹਾਡੇ ਵਿਧੀਆਂ ਦੀ ਪਾਲਣਾ ਕਰਦੇ ਜਾਈਏ। ਤੁਹਾਡੀ ਮਹਿਮਾ ਦੇ ਯੋਗ ਫਲ ਲੈ ਕੇ ਇਹ ਪ੍ਰਭੂ ਜੀ ਤੁਹਾਡੀ ਸਦਾ ਦੀ ਦਇਆ ਤੇ ਕਿਰਪਾ ਹੁਣ ਤੋਂ ਲੈ ਕੇ ਸਦਾ ਤੱਕ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਣੀ ਰਹੇ। ਪਿਤਾ ਪਰਮੇਸ਼ਰ, ਤੁਹਾਡੇ ਦੂਤਾਂ ਦੀ ਪਹਿਰੇਦਾਰੀ ਨੂੰ ਇਹਨਾਂ ਸਾਰੇ ਭੈਣਾਂ ਭਾਈਆਂ ਦੀ ਜ਼ਿੰਦਗੀ ਦੇ ਵਿੱਚ ਮੰਗਦੇ ਹੋ। ਪਿਤਾ ਪਰਮੇਸ਼ਰ ਪਿਤਾ, ਇਹਨਾਂ ਦੇ ਆਤਮਿਕ ਫਲ ਦਾਨਾ ਵਰਦਾਨਾ ਨਮਰਤਾ ਦਇਆ ਭਲਾਈ ਅਤੇ ਕਿਰਪਾ ਨੂੰ ਸਵਰਗ ਰਾਜ ਦੇ ਵਿੱਚ ਰਿਲੀਜ਼ ਕਰਦੇ ਹੋਏ ਪ੍ਰਭੂ ਜੀ ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ। ਆਮੀਨ, ਆਮੀਨ, ਆਮੀਨ।